टॉपिक शुरू किया सी आपां हीटिंग इफेक्ट ऑफ इलैक्ट्रिक करंट। ठीक है, हीटिंग इफेक्ट ऑफ इलैक्ट्रिक करंट। हीटिंग इफेक्ट ऑफ इलैक्ट्रिक करंट को तो टॉपिक आपा बनाया सीगा जाउल्स लॉ ऑफ हीटिंग इफेक्ट। ठीक है, ते जाउल्स लॉ Joule's law of a heating effect वाले टॉपिक च लास्ट आप इतनी गल की सीगी कि whenever electric current will passing through a given conductor then heat produced across the conductor will depend upon ਅਸੀਂ ਕਿਹਾ ਸੀ ਕਿ ਵੀ ਜੇ ਕਿਸੇ ਇਲੈਕਟ੍ਰਿਕ ਕਰੰਟ ਦੇ ਵਿੱਚ ਦੀ ਕਰੰਟ ਅਸੀਂ ਸੌਰੀ ਕਿਸੇ ਇਲੈਕਟ੍ਰਿਕ ਸਰਕਟ ਦੇ ਵਿੱਚ ਅਸੀਂ ਇਲੈਕਟ੍ਰਿਕ ਕਰੰਟ ਪਾਸ ਆਨ ਕਰਦੇ ਹਾਂ ਤਾਂ ਆਪਾਂ ਕਿਹਾ ਸੀਗਾ ਕਿ ਕੰਡਕਟਰ ਦੇ ਅਕ੍ਰੋਸ ਹੀਟ ਬਿਲਡ ਅਪ ਹੁੰਦੀ ਹੈ। ਉਹ ਕਹਿੰਦਾ ਕਿ ਉਹ ਅਮਾਉਂਟ ਆਫ ਹੀਟ ਜਿਹੜੀ ਬਿਲਡ ਅਪ ਹੋਏਗੀ ਕਿਹੜੀ ਚੀਜ਼ ਤੇ ਡਿਪੈਂਡੈਂਟ ਹੈ ਤੇ ਉਹਦਾ ਲਾਸਟ ਰਿਜ਼ਲਟ ਆਪਾਂ ਇਹ ਲਿਖਿਆ ਸੀਗਾ ਕਿ ਜਾਊਲਸ ਲਾਅ ਦੇ ਅਕੋਰਡਿੰਗਲੀ ਅਮਾਉਂਟ ਆਫ ਹੀਟ ਜਿਹੜੀ ਹੋਏਗੀ that is given by H equal to I square RT ਤੇ ਇਹੀ ਫਾਰਮੂਲੇ ਨੂੰ ਆਪਾਂ ਡਰਾਈਵ ਕਰਨ ਲੱਗੇ ਪਹਿਲਾਂ ਫਿਰ ਇਹਦੇ ਕਾਜ਼ ਤੇ ਚੱਲਦੇ ਹਾਂ। ਹੁਣ ਇਹ ਜੀ ਜੇ ਮੰਨ ਲਓ ਮੇਰੇ ਕੋਲ ਇੱਕ ਕੋਈ ਕੰਡਕਟਰ ਗਿਵਨ ਆ एक मान लो आ AB मेरे को कंडक्टर गिवन ना और इस कंडक्टर की रेजिस्टेंस ਅਸੀਂ ਸ਼ੋ ਕਰਦੇ R ਹੈਗੀ ਆ ਔਰ ਇਹਨੂੰ ਇੱਕ ਬੈਟਰੀ ਦੇ ਨਾਲ ਅਟੈਚ ਕਰ ਲਿਓ ਇਹਨੂੰ ਇੱਕ ਸੈੱਲ ਦੇ ਨਾਲ ਇੱਕ ਬੈਟਰੀ ਨਾਲ ਅਟੈਚ ਕਰ ਲਿਓ। now when you press the key K then V said current will passing through the conductor। आवाज आ रही सही? yes sir okay तो ਆਪਾਂ ਉਹ ਤੇ ਡਿਫਾਈਨ ਹੈ ਕਰਦੇ ਮੈਂ ਕਿ ਜਦੋਂ ਇਸ ਇਲੈਕਟ੍ਰੀਕਲ ਰੈਜ਼ਿਸਟੈਂਸ ਦੇ ਅਕ੍ਰੋਸ ਕਰੰਟ ਪਾਸ ਕਰੇਗਾ ਤੇ ਵੀ ਨੋ ਦੈਟ ਰੈਜ਼ਿਸਟੈਂਸ ਦੀ ਪ੍ਰਾਪਰਟੀ ਹੈ ਉਹ ਕਰੰਟ ਨੂੰ ਅਪੋਜ਼ ਕਰਦੀ ਹੈ। ਜੇ ਕਰੰਟ ਨੂੰ ਅਪੋਜ਼ ਕਰਦੀ ਆ ਤੇ ਇਹਦਾ ਮਤਲਬ ਨੇ A ਤੋਂ B ਤੱਕ ਕਰੰਟ ਨੂੰ ਨਿਕਲਣ ਨਹੀਂ ਦੇਣਾ ਪਰ ਜੇ A ਤੋਂ B ਵੱਲ ਨੂੰ ਮੇਰੇ ਕੋਲ ਕਰੰਟ ਫਲੋ ਕਰਦਾ ਪਿਆ ਤੇ ਅੰਡਰ ਦਾ ਇਨਫਲੂਐਂਸ ਆਫ ਕਹਿੰਦਾ ਜੀ ਸਪਲਾਈ ਗਿਵਨ ਬਾਈ ਦਾ ਐਕਸਟਰਨਲ ਸੋਰਸ। मान लो 20 वोल्ट की बैटरी आ ਜਿਹੜੀ ਇਹ ਤੋਂ ਸਪਲਾਈ ਦਿੰਦੀ ਪਈ ਇਹਦੇ ਕਰਕੇ ਜਦੋਂ ਐਸਐਚ ਤੋਂ ਕਰੰਟ ਫਲੋ ਕਰਨਾ ਇਸ ਬੈਟਰੀ ਨੇ ਆਪਣੀ ਕੈਮੀਕਲ એનર્ਜੀ ਕੰਜ਼ਿਊਮ ਕਰੀ ਜਾਣੀ ਉਹਨੂੰ ਕਰੰਟ ਦੇ ਫਲੋ ਨੂੰ ਮੇਨਟੇਨ ਕਰਨ ਵਾਸਤੇ। ਠੀਕ ਹੈ, ਤੇ ਇਹਦੇ ਅਕ੍ਰੋਸ ਅਸੀਂ ਕਹਿੰਦੇ ਪਏ ਉਹ ਹੀਟ એનર્ਜੀ ਬਣ ਕੇ ਅਪੀਅਰ ਹੋਏਗੀ। ਤੇ ਅਸੀਂ ਪਹਿਲਾਂ ਇਹ ਦੇਖੀਏ ਬੈਟਰੀ ਵਰਕ ਕਿੰਨਾ ਕਰਦੀ ਹੈ। ਠੀਕ ਹੈ, ਉਹਦੇ ਲਈ ਵੀ ਨੋ ਦੈਟ ਵਰਕ ਡਨ ਬਾਈ ਦਾ ਬੈਟਰੀ work done by battery to maintain a flow of current to maintain a flow of charge across conductor is given by वर्क डन ਦਾ ਫਾਰਮੂਲਾ ਡਿਫਾਈਨ ਕਰੀਏ ਤੇ ਅਸੀਂ ਪੋਟੈਂਸ਼ੀਅਲ ਦੀ ਫਾਰਮ ਚ ਉਹਨੂੰ ਡਿਫਾਈਨ ਕਰਦੇ ਪਏ। ਆਪਣੇ ਕੋਲ ਵਰਕ ਡਨ ਦਾ ਫਾਰਮੂਲਾ ਹੁੰਦਾ ਟੈਸਟ ਚਾਰਜ ਜਿਹੜਾ ਚਾਰਜ ਫਲੋ ਕਰਾਣਾ ਉਹ ਕਿੰਨਾ ਇਨਟੂ ਕਿੰਨੀ ਜੀ ਪੋਟੈਂਸ਼ੀਅਲ ਡਿਫਰੈਂਸ ਸਪਲਾਈਡ ਬਾਈ ਦਾ ਬੈਟਰੀ ਜਿੰਨਾ ਬੈਟਰੀ ਪੋਟੈਂਸ਼ੀਅਲ ਡਿਫਰੈਂਸ ਦਿੰਦੀ ਵੀ Q ਕੂਲਮ ਚਾਰਜ ਨੂੰ ਸਰਕਟ ਚ ਫਲੋ ਕਰਨ ਵਾਸਤੇ ਉਹ ਮੇਰਾ ਵਰਕ ਦੇ ਇਕੁਅਲ ਆ ਜਾਏ। ਇਹਦੇ ਅਕ੍ਰੋਸ ਜੇ ਮੈਂ ਕਰੰਟ ਨੂੰ ਚਾਰਜ ਨੂੰ ਕਰੰਟ ਦੀ ਫਾਰਮ ਚ ਲਿਖਣਾ ਤਾਂ ਮੈਂ ਇਹਨੂੰ ਡਿਫਾਈਨ ਕਰਾਂਗੇ but I equal to Q by T ਤੇ Q ਦੀ ਵੈਲਿਊ ਆ ਗਈ IT therefore ਜਿਹੜਾ ਆਪਣੇ ਕੋਲ ਵਰਕ ਆਏਗਾ ਉਹਦੀ ਵੈਲਿਊ ਬਣ ਗਈ VIT। क्या इतना क्लियर है? yes sir yes sir ਹੁਣ ਜਿੰਨਾ ਇਹ ਵਰਕ ਕੀਤਾ ਇਹ ਬੇਟਾ ਬੈਟਰੀ ਨੇ ਵਰਕ ਕੀਤਾ ਨਾ ਅਸੀਂ ਕਹਿੰਦੇ ਜੀ ਜਿੰਨਾ ਬੈਟਰੀ ਵਰਕ ਕਰੇਗੀ ਅਕੋਰਡਿੰਗ ਟੂ ਵਰਕ એનર્ਜੀ ਥਿਓਰਮ this much amount of work done by the battery will appear across the resistor in form of a heat energy। यानी थोड़ा कीता होया वर्क जेड़ा resistor ਦੇ across heat energy बन के appear होएगा यानी according sir बोलो जी सर मैं आज लेट हो गई एक बार बता दो सारा दोबारा। वेरी गुड लेट तू तो सजा सानू
चलो ਅਸੀਂ ਇਹ ਦੱਸਿਆ ਬੇਟਾ ਕਿ ਵੀ ਜੇ ਅਸੀਂ ਐਸ ਚ ਜਾਊਲਸ ਲਾਅ ਦਾ ਫਾਰਮੂਲਾ ਐਚ ਵਾਲਾ ਡਰਾਈਵ ਕਰਨਾ ਤੇ ਆਪਾਂ ਉਹਨੂੰ ਕੋਈ ਡਰਾਈਵ ਕਿਹਦੇ ਨਾਲ ਕਰਦੇ ਪਏ ਉਹ ਚ ਕੀ ਬੱਚੇ ਕਿ ਜੇ ਤੁਹਾਡੇ ਕੋਲ ਇੱਕ ਵਾਇਰ ਗਿਵਨ ਆ ਠੀਕ ਹੈ ਇੱਕ ਕੰਡਕਟਰ ਗਿਵਨ ਆ ਜਿਹਦੀ ਰੈਜ਼ਿਸਟੈਂਸ ਆਰ ਗਿਵਨ ਆ ਔਰ ਇਹਨੂੰ ਜੇ ਮੈਂ ਇੱਕ ਬੈਟਰੀ ਦੇ ਕ੍ਰਾਸ ਅਟੈਚ ਕਰਦਾ ਪਿਆ ਵਿਦ ਵਨ ਵੇ ਕੀ ਤਾਂ ਅਸੀਂ ਕਹਿੰਦੇ ਜੀ ਬੈਟਰੀ ਵਿਲ ਹੈਵ ਟੂ ਡੂ ਸਮ ਵਰਕ battery will have to do some work against the flow of charge across the resistor ਇਹਦਾ ਮਤਲਬ ਇਹ ਹੋਇਆ ਕਿ ਬੈਟਰੀ ਨੇ ਰੈਜ਼ਿਸਟਰ ਦੇ ਥਰੂ ਜਦੋਂ ਕਰੰਟ ਪਾਸ ਕਰਾਣਾ ਤੇ ਪੁੱਤ ਇਸ ਰੈਜ਼ਿਸਟਰ ਨੇ ਕਰੰਟ ਨੂੰ ਅਪੋਜ਼ ਕਰਨਾ ਤੇ ਜੇ ਰੈਜ਼ਿਸਟਰ ਅਪੋਜ਼ ਕਰੇਗੀ ਉਹਦੀ ਓਪੋਜੀਸ਼ਨ ਦੇ ਅਗੇਂਸਟ ਹਨਾ ਬੈਟਰੀ ਆਪਣੀ ਕੈਮੀਕਲ એનર્ਜੀ ਕੰਜ਼ਿਊਮ ਕਰਾ ਕੇ ਚਾਰਜ ਦੇ ਫਲੋ ਨੂੰ ਇਸ ਰੈਜ਼ਿਸਟਰ ਦੇ ਕ੍ਰਾਸ ਮੇਨਟੇਨ ਕਰੇਗੀ ਤੇ ਜਿਹੜਾ ਵਰਕ ਬੈਟਰੀ ਕਰੇਗੀ ਉਹਦਾ ਫਾਰਮੂਲਾ ਸੀ ਦੇ ਦਿੱਤਾ ਟੈਸਟ ਚਾਰਜ ਇਨਟੂ ਪੋਟੈਂਸ਼ੀਅਲ ਡਿਫਰੈਂਸ ਤੇ ਇਹ ਚਾਰਜ ਦੀ ਥਾਂ ਤੇ ਅਸੀਂ ਇਹਨੂੰ ਕਰੰਟ ਦੀ ਫਾਰਮ ਚ ਡਿਫਾਈਨ ਕਰ ਲਿਆ ਇਹ ਮਤਲਬ ਇੰਨਾ ਮੇਰਾ ਟੋਟਲ ਵਰਕ ਹੋਇਆ ਵਿਚ ਇਜ਼ ਟੂ ਬੀ ਡਨ ਬਾਈ ਦਾ ਬੈਟਰੀ ਇਹਦਾ ਮਤਲਬ ਹੋ ਗਿਆ ਹੁਣ ਜਿੰਨਾ ਬੈਟਰੀ ਨੇ ਵਰਕ ਕੀਤਾ ਵਰਕ એનર્ਜੀ ਥਿਓਰਮ ਦੇ ਅਕੋਰਡਿੰਗਲੀ ਜਿੰਨਾ ਇਹਦਾ ਵਰਕ ਹੋਇਆ ਜਾਂ ਇਹ ਕਹਿ ਲਓ ਜਿੰਨੀ ਇਹਦੀ ਕੈਮੀਕਲ એનર્ਜੀ ਕੰਜ਼ਿਊਮ ਹੋਈ ਆ ਉਹਦੇ ਇਕੁਇਵਲੈਂਟ ਅਮਾਉਂਟ ਦੇ ਅੰਦਰ ਇਸ AB ਵਾਇਰ ਦੇ ਅਕ੍ਰੋਸ ਮੇਰੀ ਹੀਟ એનર્ਜੀ ਬਣ ਕਿਉਂਕਿ ਆ ਕਨੈਕਟਿੰਗ ਵਾਇਰ ਚ ਅਸੀਂ ਮੰਨਦੇ ਹਾਂ ਕਿ ਕੋਈ એનર્ਜੀ ਦਾ ਲਾਸ ਨਹੀਂ ਹੋ ਰਿਹਾ ਯਾਨੀ ਇਹਦੀ ਕੋਈ ਰੈਜ਼ਿਸਟੈਂਸ ਨਹੀਂ ਹੈਗੀ ਇਸ ਲਈ ਜਿੰਨਾ એનર્ਜੀ ਲਾਸ ਹੋਏਗਾ ਜਿੰਨੀ ਵੀ ਮੇਰੀ એનર્ਜੀ ਹੀਟ ਦੀ ਫਾਰਮ ਚ ਅਪੀਅਰ ਹੋਏਗੀ ਉਹ ਇਸ ਰੈਜ਼ਿਸਟਰ ਦੇ ਕ੍ਰਾਸ ਹੋਏਗੀ ਇਹਨਾਂ ਕਲੀਅਰ ਹੈ ਸਾਰਿਆਂ ਨੂੰ Yes, sir. So when work energy theorem they accordingly so according to work energy theorem this work done should be equal to heat energy यानी work done W और heat energy H आपस में equal है इसका मतलब अपने को heat energy का एक फॉर्मूला बन गया VIT clear है निकल Yes, sir. Yes, sir. ਹੁਣ ਇਹ ਚੀਜ਼ ਕੰਡੀਸ਼ਨ ਦੇ ਦਿਓ ਆਪਾਂ ਇਹਦੇ ਡਿਫਰੈਂਟ ਫਾਰਮ ਬਣਾਈ ਚਲੀਏ ਜੇ ਇਹ ਚ V ਦੀ ਜਗ੍ਹਾ ਤੇ ਬਟ V equal to IR ਤੇ therefore heat energy ਦਾ ਫਾਰਮੂਲਾ I square RT ਬਣ ਜਾਏਗਾ ਯਾਨੀ ਆ ਮੇਰੇ ਕੋਲ SH heat energy ਦਾ ਫਾਰਮੂਲਾ I square RT ਦੀ ਫਾਰਮ ਚ ਆ ਜਾਏਗਾ ਤੇ ਜੇ ਇਹਦੀ ਜਗ੍ਹਾ ਤੇ I ਦੀ ਥਾਂ ਤੇ V by R ਭਰ ਦਵਾਂ ਫਿਰ ਮੇਰਾ SH ਫਾਰਮੂਲਾ ਜਿਹੜਾ ਉਹ V square by R into T ਆ ਜਾਏਗਾ यानी ये तिन्ने दे तिन्ने फॉर्मूले अपने हीट एनर्जी दे आ जाओगे VIT I square RT या V square by R into T क्या आप तिन्ने रिलेशन क्लियर है yes sir Yes, Yes, sir. sir. yes sir चल हुन एसएच को ये अपने को हीट एनर्जी ਦਾ ਕਿਹਦਾ ਜੀ ਫਾਰਮੂਲਾ ਡਰਾਈਵ ਆਪਾਂ ਕਰਦੇ ਪਏ ਆ ਠੀਕ ਹੈ ਜਾਊਲਸ ਲਾਅ ਦਾ ਹੀਟਿੰਗ ਇਫੈਕਟ ਜਿਹਨੂੰ ਕਹਿੰਦੇ ਨੇ ਇਹਦਾ ਇੱਕ ਫਾਰਮੂਲਾ ਆਪਾਂ ਪਾਵਰ ਦੀ ਫਾਰਮ ਚ ਵੀ ਡਿਫਾਈਨ ਕਰਾਂਗੇ ਉਹਦੇ ਲਈ पहले नेक्स्ट टर्म डिफाइन करने लगे हैं नेक्स्ट टर्म आ जाएगी इलेक्ट्रिक पावर नु डिफाइन करने तो पहले एक टर्म और ऐड कर देने कॉज ऑफ हीटिंग इफेक्ट वो कहना बच्चे इथे जेडी वायर च हीट प्रोड्यूस होंदी है दा की कॉज है ते ਆਪਾਂ ਸਿੰਪਲ ਜੀ ਲਾਈਨ ਲੈ ਕੇ ਚੱਲਦੇ ਕਿ ਜਦੋਂ ਵਾਇਰ ਚੋਂ ਕਰੰਟ ਪਾਸ ਕਰਦੇ ਨੇ ਤੇ ਵਾਇਰ ਦੀ ਕੁਝ ਰੈਜ਼ਿਸਟੈਂਸ ਤੇ ਜੇ ਰੈਜ਼ਿਸਟੈਂਸ ਹੈਗੀ ਆ ਤੇ ਜਦੋਂ ਉਹ ਚੋਂ ਕਰੰਟ ਪਾਸ ਹੋਏਗਾ ਯਾਨੀ ਇਲੈਕਟ੍ਰੋਨ ਦਾ ਫਲੋ ਹੋਏਗਾ ਤੇ ਕੰਟੀਨਿਊਸਲੀ ਉਹਦੇ ਅਕ੍ਰੋਸ ਕੀ ਹੋਏਗਾ ਇਲੈਕਟ੍ਰੋਨ ਵਿਲ ਕੋਲਾਈਡ ਵਿਦ ਵਨ ਅਨਦਰ ਐਸ ਵੈਲ ਐਸ ਕੋਲਾਈਡ ਵਿਦ ਲੈਟਿਸ ਐਟਮ ਔਰ ਆਇਨ ਮਤਲਬ ਜਿਹੜਾ ਕ੍ਰਿਸਟਲ ਦਾ ਲੈਟਿਸ ਹੋਏਗਾ ਉਹਦੇ ਵਿੱਚ ਦੀ ਜਦੋਂ ਐਸਐਚ ਇਲੈਕਟ੍ਰੋਨ ਫਲੋ ਕਰਨੇ ਤੇ ਲੈਟਿਸ ਦੇ ਅੰਦਰ ਜਿਹੜੀਆਂ ਥਰਮਲ ਵਾਈਬ੍ਰੇਸ਼ਨਸ ਹੋਣਗੀਆਂ है ना ਉਹਦੇ ਕਰਕੇ ਇਲੈਕਟ੍ਰੋਨ ਕੋਲਾਈਡ ਕਰੇਗਾ with the atom or ion or with the other electron and every time during energy collision वो अपनी kinetic energy ਜਿਹੜੀ loss ਕਰੇਗਾ ਜਿੰਨੀ kinetic energy loss ਕਰੇਗਾ that always appear in the form of energy heat energy यानी वही kinetic energy ਦਾ loss मेरा इस वायर ਦੇ across heat energy बन के appear ਹੋਈ ਜਾਂਦਾ ਹੈ क्या इतनी गल clear है yes sir Yes, sir. yes Sir. sir ਇਹਨਾਂ ਧਿਆਨ ਰੱਖਿਓ ਬੱਚੇ 9th ਵਿੱਚ ਸਾਰੇ ਟੌਪਿਕ ਇੱਕ ਵਾਰੀ ਉਹਦਾ ਪੜਿਆ ਹੋਇਆ ਉਹੀ ਚੀਜ਼ਾਂ ਦੀ ਰੈਪੀਟੀਸ਼ਨ ਆ ਤੁਹਾਨੂੰ ਰਿਕਾਲ ਹੀ ਕਰਾ ਰਿਹਾ ਹੋਰ ਕੁਝ ਨਹੀਂ ਨਵਾਂ ਆਣਾ ਹੈ ਨੈਕਸਟ ਟਰਮ ਇਲੈਕਟ੍ਰਿਕ ਪਾਵਰ ਆ ਪਾਵਰ ਕਿਹਨੂੰ ਕਹਦੀ ਹੈ ਕਹਿੰਦਾ ਇਟ ਇਜ਼ ਦਾ ਰੇਟ ਆਫ ਡੂਇੰਗ ਇਲੈਕਟ੍ਰੀਕਲ ਵਰਕ ਕਹਿੰਦਾ ਵੀ ਉਹਦਾ ਕੀ ਮਤਲਬ ਹੈ ਕਹਿੰਦਾ ਜੀ ਹਾਊ ਮਚ ਵਰਕ ਹੈਜ਼ ਟੂ ਬੀ ਡਨ
ठीक है, टू मेंटेन द फ्लो ऑफ अ चार्ज या टू मेंटेन द फ्लो ऑफ करंट अक्रॉस द सर्किट इन ए गिवन टाइम, मतलब कितनी एनर्जी पर यूनिट टाइम है ना थोड़ा इलेक्ट्रिकल सोर्स सप्लाई करेगा, है ना, कितनी इथे हीट एनर्जी पर यूनिट टाइम मेरी प्रोड्यूस होएगी, वो मेरी इलेक्ट्रिक पावर ते हीट दी फॉर्म च पावर आ जाएगी। सो इलेक्ट्रिक पावर डिफाइन करिए तो वी नो दैट पावर का फॉर्मूला आ जाएगा एनर्जी बाय टाइम। इथे ई सिंबल ईएमएफ ਲਈ नहीं हैगा, ई एनर्जी वास्ते डिफाइन ਹੁੰਦਾ है इलेक्ट्रिकल एनर्जी, ठीक है। तो हीट एनर्जी दे कह दो या इलेक्ट्रिकल एनर्जी दे कह दो, आ तीनों फार्मूले सेम रहने हैं बेटा, जेड़ा H = VIT लिखते पे I² RT वाला V²/R/D वाला, ये तीनों हीट एनर्जी दे भी फार्मूले आ, ये तीनों दे तीनों इलेक्ट्रिकल एनर्जी ਲਈ भी रहने, सिर्फ इन्हां दे यूनिट डिफरेंट कर दांगे, SI यूनिट ਨੂੰ ਛੱਡ ਕੇ इन्हां दे कमर्शियल यूनिट डिफरेंट कर दांगे, अदरवाइज फार्मूले च कोई चेंज नहीं आनी। इन्हीं गल समझ लगती पई? Yes, sir. ਹੁਣ ਜੇ ਆ ਤਿੰਨੇ ਦੇ ਤਿੰਨੇ ਫਾਰਮੂਲੇ ਲੈ ਕੇ ਆਪਾਂ ਪਾਵਰ ਦੇ ਫਾਰਮੂਲੇ ਲਿਖਣੇ ਹੋਣ, ਹਨਾ, ਤੇ ਇਥੋਂ એનર્ਜੀ ਦਾ ਇੱਕ ਫਾਰਮੂਲਾ ਬਣ ਗਿਆ ਪਾਵਰ ਇਨਟੂ ਟਾਈਮ, ਇੱਕ ਤੇ ਆ ਮੇਰੇ ਕੋਲ ਫਾਰਮੂਲਾ ਆ ਜਾਏਗਾ, ठीक है। ਤੇ ਦੂਜੇ ਜੇ ਪਾਵਰ ਦੇ ਫਾਰਮੂਲੇ ਲਿਖਾਂ, ठीक है जी, ਆ ਤਿੰਨੇ ਫਾਰਮੂਲੇ ਟਾਈਮ ਦੀ ਫਾਰਮ ਚ, ਤਿੰਨਾਂ ਚੋਂ ਟਾਈਮ ਹਟਾ ਦਿਓ ਤੇ ਮੇਰੇ ਤਿੰਨੇ ਪਾਵਰ ਦੇ ਫਾਰਮੂਲੇ, ਯਾਨੀ ਪਾਵਰ ਦਾ ਇੱਕ ਫਾਰਮੂਲਾ ਆ ਜਾਏਗਾ VI, एक आ जाएगा I। ਆਪਾਂ ਲਾਸਟ ਵਰਡ ਲੈ ਰਹੇ ਕਿ ਵੀ ਪਾਵਰ ਇਲੈਕਟ੍ਰੀਕਲ ਫਾਰਮ ਚ ਡਿਫਾਈਨ ਕਰੀਏ ਤੇ ਆਪਣੇ ਕੋਲ ਪਾਵਰ ਦੇ ਕੋਲ ਤਿੰਨ ਫਾਰਮੂਲੇ ਇਥੋਂ ਬਣਦੇ ਪਏ, ਠੀਕ ਹੈ। ਪਾਵਰ ਨੂੰ ਤੁਸੀਂ ਜਿਹੜੇ એનર્ਜੀ ਦੇ ਤਿੰਨ ਫਾਰਮੂਲੇ ਟਾਈਮ ਛੱਡ ਦਿਓ ਤੇ ਆਪਣੇ ਕੋਲ ਪਾਵਰ ਦੇ ਤਿੰਨ ਫਾਰਮੂਲੇ ਡਿਫਾਈਨ ਹੋ ਜੂਗੇ, ਠੀਕ ਹੈ। ਤੇ ਜੇ ਯੂਨਿਟ ਆਫ ਇਲੈਕਟ੍ਰੀਕਲ ਪਾਵਰ ਡਿਫਾਈਨ ਕਰੀਏ ਤੇ ਨਾਰਮਲੀ ਪਾਵਰ ਮੇਰੀ ਜਿਹੜੀ ਉਹ ਵਾਟ ਚ ਡਿਫਾਈਨ ਹੋਏਗੀ, ਇਲੈਕਟ੍ਰੀਕਲ ਪਾਵਰ ਵਾਟ ਚ ਡਿਫਾਈਨਡ ਹੋਏਗੀ, ठीक है। ਤੇ ਜੇ ਇਹਨੂੰ ਐਸਐਚ ਅਸੀਂ ਇਹਦਾ ਕਮਰਸ਼ੀਅਲ ਯੂਨਿਟ ਲਈਏ ਤੇ ਪਾਵਰ ਦਾ ਕਮਰਸ਼ੀਅਲ ਯੂਨਿਟ ਮੇਰੇ ਕੋਲ ਜਿਹੜਾ ਉਹ ਹਾਰਸ ਪਾਵਰ ਆ ਜਾਏਗਾ, ਯਾਨੀ ਇੱਕ ਯੂਨਿਟ ਇਹਦਾ ਪਾਵਰ ਦਾ ਜਿਹੜਾ ਵਾ, ਜੇ ਯੂਨਿਟ ਆਫ ਪਾਵਰ ਡਿਫਾਈਨ ਕਰੀਏ ਤੇ ਇੱਕ ਇਹਦਾ ਯੂਨਿਟ ਤੁਹਾਡੇ ਕੋਲ ਵਾਟ ਆ ਜਾਏਗਾ, ਔਰ ਸੈਕੰਡ ਇਹਦਾ ਯੂਨਿਟ ਜਿਹੜਾ ਤੁਹਾਡੇ ਕੋਲ ਉਹ ਸੀ ਐਸਐਚ ਹਾਰਸ ਪਾਵਰ ਚ ਡਿਫਾਈਨ ਕਰਦੇ ਤੇ 1 ਹਾਰਸ ਪਾਵਰ उसी के SH 746 वाट के इक्वल आ जाएगा। क्या इतना क्लियर है? Yes. Yes, sir. चलो उस तो बाद SH अपने को जे इलेक्ट्रिकल एनर्जी लवा बेटा ते वो तो एक गल पहलो कह के गया कि हीट एनर्जी होवे इलेक्ट्रिकल एनर्जी होवे यूनिट वाइज डिफरेंस होएगा सिर्फ, अदरवाइज मैथमेटिकल फार्मूले एनर्जी दे किसी भी आ जाए, हीट एनर्जी आ जाए, इलेक्ट्रिकल एनर्जी आ जाए, ठीक है, ਉਹਦੇ ਫਾਰਮੂਲੇ ਮੇਰੇ ਆਹੀ ਤਿੰਨ ਰਹਿਣੇ ਜਿਹੜੇ ਆਪਾਂ ਲਿਖੇ ਹੋਏ। ਚੌਥਾ ਫਾਰਮੂਲਾ ਆ ਮੇਰੇ ਕੋਲ ਬਣ ਜਾਂਦਾ ਜੇ ਮੇਰੇ ਕੁਐਸਚਨ ਨਿਊਮੈਰੀਕਲ ਦੇ ਅੰਦਰ ਪਾਵਰ ਗਿਵਨ ਹੋਵੇ, ਠੀਕ ਹੈ। ਸੋ ਇਲੈਕਟ੍ਰੀਕਲ એનર્ਜੀ ਦਾ ਯੂਨਿਟ ਕੀ ਆ ਜਾਏਗਾ ਉਹ ਅਸੀਂ ਨਾਰਮਲੀ ਇਸ ਥਾਂ ਤੋਂ ਡਿਫਾਈਨ ਕਰਦੇ ਹਾਂ। ਇਲੈਕਟ੍ਰੀਕਲ એનર્ਜੀ ਦਾ ਯੂਨਿਟ ਡਿਫਾਈਨ ਕਰਨਾ यूनिट ऑफ इलेक्ट्रिकल एनर्जी, तो यूनिट ऑफ इलेक्ट्रिक एनर्जी जेड़ा उसी डिफाइन करते हैं, मेरे को किलोवाट और आएगा। यूनिट ऑफ इलेक्ट्रिकल एनर्जी नॉर्मली किलोवाट और आ ते ਅਸੀਂ 1 किलोवाट और ਨੂੰ 1 यूनिट यानी ਅਸੀਂ 1 BOT डिफाइन करते हैं, ठीक है। ਇਹਨੂੰ ਅਸੀਂ यानी 1 किलोवाट और ਨੂੰ ਅਸੀਂ 1 यूनिट या 1 BOT यानी बोर्ड ऑफ ट्रेड यूनिट, बोर्ड ऑफ ट्रेड यूनिट का मतलब होएगा कि इलैक्ट्रिसिटी डिपार्टमेंट ਜਿਹੜਾ ਸਾਡੇ ਬਿੱਲ ਬਣਾ ਕੇ ਭੇਜਦਾ ਪਿਆ ਹੈ ਨਾ, ਉਹ ਜਿਹੜਾ बोर्ड ऑफ ट्रेड ਅਸੀਂ ਉਹਨੂੰ ਕਹਿੰਦੇ ਹਾਂ ਕਿ ਵੀ ਜਿਹੜੀ ਉਹ ਸਾਡੇ ਨਾਲ ਟ੍ਰੇਡਿੰਗ ਕਰਦਾ ਪਿਆ ਇਲੈਕਟ੍ਰਿਸਿਟੀ ਦੀ, ਉਹਦੇ ਚ 1 यूनिट ਜਿਹੜਾ ਵਾ ਉਹ 1 किलोवाट और ਦੇ ਇਕੁਇਵਲੈਂਟ ਗਿਣਿਆ ਜਾਂਦਾ। ਇਹਦਾ ਮਤਲਬ ਇਹ ਰਹੇਗਾ ਕਿ ਜੇ ਮੇਰੇ ਕੋਲ ਐਸਾ 1000 ਵਾਟ ਦਾ ਕੋਈ ਇਨਸਟਰੂਮੈਂਟ ਹੋਵੇ, ਡਿਵਾਈਸ ਹੋਵੇ, ਤੇ ਉਹਨੂੰ ਮੈਂ 1 ਆਰ ਵਾਸਤੇ ਰਨਿੰਗ ਕੰਡੀਸ਼ਨ ਚ ਰੱਖਦਾ ਵਾਂ ਤੇ ਉਹ 1 यूनिट इलेक्ट्रिकल एनर्जी कंज्यूम करेगा,
क्या इन्नी गल समझ लगती पई? yes sir Yes, yes sir. sir ਇਸੇ ਨੂੰ ਆਪਾਂ ਇਦਾਂ ਵੀ ਕਹਿ ਸਕਦੇ ਆ ਬੇਟਾ ਕਿ ਜੇ ਮੰਨ ਲਓ ਮੇਰੇ ਕੋਲ 40 ਵਾਟ ਦੀ ਟਿਊਬ ਹੋਵੇ ਔਰ ਉਹਨੂੰ ਮੈਂ 2500 ਔਰ ਵਾਸਤੇ ਯੂਜ਼ ਕਰਾਂ ਫਿਰ ਉਹ ਮੇਰੇ ਕੋਲ 1 ਯੂਨਿਟ ਇਲੈਕਟ੍ਰੀਕਲ એનર્ਜੀ ਕੰਜ਼ਿਊਮ ਕਰਦਾ। ਇਹਦਾ ਮਤਲਬ ਜਿੰਨੀ ਪਾਵਰ ਘਟਾਉਂਦਾ ਜਾਵਾਂਗਾ ਡਿਵਾਈਸ ਦੀ ਨਾ, ਜਿੱਦਾਂ ਹੁਣ ਆਪਣੇ ਕੋਲ ਜਿਹੜੀਆਂ LED ਟਿਊਬਸ ਹੁੰਦੀਆਂ ਆਪਣੀਆਂ, ਇਹ ਨਾਰਮਲੀ 20 ਵਾਟ ਦੀਆਂ ਹੋ ਗਈਆਂ। ਇਹਦੇ ਨਾਲ ਅਸੀਂ ਕਹਿੰਦੇ ਪਾਵਰ ਕੰਜ਼ੰਪਸ਼ਨ ਜਿਹੜੀ ਆ એનર્ਜੀ ਦੀ ਫਾਰਮ ਚ ਕੰਜ਼ੰਪਸ਼ਨ ਜਿਹੜੀ ਉਹ ਰਿਡਿਊਸ ਹੋ ਰਹੀ ਹੈ। ਉਹਦਾ ਕਾਰਨ ਹੈ ਕਿ ਜੇ ਉਹਨੇ 20 ਵਾਟ ਦੀ ਟਿਊਬ ਹੋਵੇ ਤੇ 20 ਵਾਟ ਦੀ ਟਿਊਬ ਹੈ ਨਾ, 20 ਵਾਟ ਦੀ ਟਿਊਬ ਜੇ 50 ਔਰ ਵਾਸਤੇ ਚੱਲੇਗੀ ਤੇ ਫਿਰ ਇਹ 1 ਯੂਨਿਟ ਇਲੈਕਟ੍ਰਿਸਿਟੀ ਕੰਜ਼ਿਊਮ ਕਰਦੀ। ਇਹਦਾ ਮਤਲਬ ਇਹ ਹੋ ਗਿਆ ਜਿੰਨੀ ਲੋ ਪਾਵਰ ਡਿਵਾਈਸਿਸ ਜਿੱਦਾਂ ਤੁਹਾਡੀ LEDs ਹੋ ਗਈਆਂ, ਹੁਣ ਜਿਹੜੇ ਆਪਣੇ LED TV ਆਉਂਦੇ ਆ ਹਨਾ, ਉਹ ਲੋ ਪਾਵਰ ਕੰਜ਼ੰਪਸ਼ਨ ਡਿਵਾਈਸਿਸ ਆ, ਠੀਕ ਹੈ। ਇਸ ਕਰਕੇ ਉਹਦੇ ਅੰਦਰ ਹੀਟ ਦੀ ਫਾਰਮ ਚ એનર્ਜੀ ਲਾਸਸ ਜਿਹੜੇ ਉਹ ਮੇਰੇ ਮਿਨੀਮਮ ਆ, ਠੀਕ ਹੈ। ਤੇ ਉਹਦੇ ਅੰਦਰ ਮੇਨ ਇਲੈਕਟ੍ਰੀਕਲ ਫਾਰਮ ਚ ਜਿਹੜੀ એનર્ਜੀ ਸਪਲਾਈ ਕਰਦੇ ਉਹਦੀ ਵਾਟੇਜ ਥੋੜੀ ਹੋਣ ਕਰਕੇ ਹਨਾ, ਉਹਦਾ ਰਨਿੰਗ ਟਾਈਮ ਵੱਧ ਜਾਂਦਾ, ਉਨੀ ਹੀ ਇਲੈਕਟ੍ਰਿਸਿਟੀ ਨੂੰ ਕੰਜ਼ਿਊਮ ਕਰਨ ਵਾਸਤੇ। ਕੀ ਆ ਚੀਜ਼ ਸਮਝ ਲੱਗਦੀ ਪਈ? Yes, sir. Yes, sir. yes sir ਚਲੋ ਇਹਨਾਂ ਕਲੀਅਰ ਹੈ ਸਾਰਿਆਂ ਨੂੰ? yes sir ਇੱਕ ਟਰਮ ਦੇਣਾ ਜਿਹੜੀ ਤੁਸੀਂ ਪੜ੍ਹਨੀ ਨੋਟ ਕਰ ਲਓ। ਜਿੱਥੇ ਤੁਹਾਡੇ ਇਹ ਇਲੈਕਟ੍ਰੀਕਲ એનર્ਜੀ ਵਾਲਾ ਟੌਪਿਕ ਤੁਹਾਨੂੰ ਮਿਲੇਗਾ, ਉਸ ਤੋਂ ਬਾਅਦ ਉਹਨੇ ਰਿਟੇਨ ਇਨ ਮੈਮਰੀ ਜਾਂ ਡੂ ਯੂ ਨੋ ਕਰਕੇ ਕੁਝ ਪੁਆਇੰਟ ਦਿੱਤੇ ਆ ਬੇਟਾ, ਉਹ ਤੁਹਾਡੇ ਐਸ ਸੱਚ ਇਸ ਚੈਪਟਰ ਦੇ ਕਨਸੈਪਚੁਅਲ ਕੁਐਸਚਨਸ ਵਾਸਤੇ, ਠੀਕ ਹੈ, ਜਾਂ ਕਹ ਲਓ ਕਿ ਨੂਮੈਰੀਕਲ ਵਾਸਤੇ ਇੰਪੋਰਟੈਂਟ ਹੋਗੇ, ਉਹ ਜ਼ਰੂਰ ਪੜ੍ਹ ਲਿਓ, ਠੀਕ ਹੈ ਜੀ। ਤੇ ਲਾਸਟ ਟੌਪਿਕ ਐਸ ਸੱਚ ਇਸ ਚੈਪਟਰ ਦੇ ਨਾਲ ਰਿਲੇਟਡ ਜਿਹੜਾ ਯਾਨੀ ਕਹ ਲਓ ਹੀਟਿੰਗ ਇਫੈਕਟ ਆਫ ਇਲੈਕਟ੍ਰਿਕ ਕਰੰਟ ਦਾ, ਉਹ ਹੈਗਾ ਐਪਲੀਕੇਸ਼ਨਸ ਆਫ ਅ ਹੀਟਿੰਗ ਇਫੈਕਟ। ਮਤਲਬ ਅਸੀਂ ਇਸ ਕਨਸੈਪਟ ਨੂੰ ਹੀਟਿੰਗ ਇਫੈਕਟ ਦੇ ਕਨਸੈਪਟ ਨੂੰ ਕਿੱਥੇ ਕਿੱਥੇ ਯੂਟਿਲਾਈਜ਼ ਕਰਦੇ ਹਾਂ, ਠੀਕ ਹੈ। ਤੇ ਉਹਦੇ ਉੱਤੇ ਐਸ ਸੱਚ ਅਸੀਂ ਯਾਨੀ ਕਿ ਡਿਫਰੈਂਟ ਇਹਦੀਆਂ ਐਪਲੀਕੇਸ਼ਨਸ ਨੇ, ਐਪਲੀਕੇਸ਼ਨਸ ਆਫ ਐਪਲੀਕੇਸ਼ਨਸ ਆਫ ਅ ਹੀਟਿੰਗ ਇਫੈਕਟ। ਇਹਨਾਂ ਚ ਫਰਸਟ ਐਪਲੀਕੇਸ਼ਨ ਜੋ ਨੇ ਇਹ ਦਿੱਤੀ ਕਿ ਵੀ ਜਦੋਂ ਅਸੀਂ ਐਸ ਜੇ ਹੀਟਿੰਗ ਕਨਸੈਪਟ ਹੀਟਿੰਗ ਇਫੈਕਟ ਦਾ ਕਨਸੈਪਟ ਸਾਨੂੰ ਆਂਦਾ ਹੋਏਗਾ ਤੇ ਇਹਦੇ ਬੇਸ ਦੇ ਉੱਤੇ ਅਸੀਂ ਐਸ ਜੇ ਕਿਸੇ ਮਟੀਰੀਅਲ ਦੀ ਸਿਲੈਕਸ਼ਨ ਕਰਦੇ ਹਾਂ ਉਹਦੇ ਯੂਜ਼ ਵਾਸਤੇ। ਫॉर ਐਗਜ਼ਾਮਪਲ ਅਸੀਂ ਕਹਿੰਦੇ ਕਿ ਜਿਹੜਾ ਸਾਡੇ ਕੋਲ ਐਸ ਜੇ ਜਿਹੜੇ ਸਾਡੇ ਇਲੈਕਟ੍ਰੀਕਲ ਬਲਬ ਨੇ ਉਹਨੂੰ ਅਸੀਂ ਇਨਕੈਂਡੈਸੈਂਟ ਬਲਬ ਕਹਿੰਦੇ, ਜਿਹੜੇ ਪੁਰਾਣੇ ਸਾਡੇ ਫਿਲਾਮੈਂਟ ਵਾਲੇ ਬਲਬ ਸੀਗੇ। ਉਹ ਕਹਿੰਦਾ ਬੱਚੇ ਉਸ ਬਲਬ ਦੇ ਅੰਦਰ ਜਿਹੜਾ ਫਿਲਾਮੈਂਟ ਹੋਏਗਾ ਤੇ ਜਿਹੜੀ ਐਸ ਸੱਚ ਪਲੱਗ ਤੋਂ ਲੈ ਕੇ ਉਸ ਬਲਬ ਤੱਕ ਕਨੈਕਟਿੰਗ ਵਾਇਰ ਹੋਏਗੀ ਹਨਾ, ਦੇ ਸ਼ੁੱਡ ਬੀ ਮੇਡ ਅਪ ਆਫ ਸੱਚ ਅ ਮਟੀਰੀਅਲ ਕਿ देयर ਇਲੈਕਟ੍ਰੀਕਲ ਰੈਜ਼ਿਸਟੈਂਸ ਸ਼ੁੱਡ ਬੀ ਡਿਫਰੈਂਟ। ਐਗਜ਼ਾਮਪਲ ਇਹਦਾ ਦੇ ਰਿਹਾ ਕਿ ਜਿਹੜੀ ਕਨੈਕਟਿੰਗ ਵਾਇਰ ਨਾਲ ਤੁਸੀਂ ਐਸ ਸੱਚ ਬਲਬ ਨੂੰ ਜੋੜਿਆ ਹੋਇਆ ਹਨਾ, ਉਹ ਕਨੈਕਟਿੰਗ ਵਾਇਰ ਚੋਂ ਤੇ ਬਲਬ ਦੇ ਵਿੱਚੋਂ ਦੋਨਾਂ ਵਿੱਚੋਂ ਸੇਮ ਟਾਈਮਲੀ ਸੇਮ ਕਰੰਟ ਪਾਸ ਹੋ ਰਿਹਾ, बट उस तो बाद हो की रहा कि भी जी कनैक्टिंग वायर आ वो प्रैक्टिकली उन्नी हीट अप नहीं होंगी कभी भी जिन्ना मेरा बल्ब का फिलामेंट हीट अप होंदा। वो कहना भी उसका कॉज की है, तो ਅਸੀਂ ਇਸੇ ਫਾਰਮੂਲੇ ਨਾਲ ਜੇ ਗੱਲ ਕਰੀਏ ਬਲਬ ਦੇ ਵਿੱਚ ਵੀ ਤੇ ਕਨੈਕਟਿੰਗ ਵਾਇਰ ਦੋਨਾਂ 'ਚ ਕਰੰਟ ਸੇਮ ਪਾਸ ਹੋਏਗਾ ਔਰ ਦੋਨਾਂ ਵਿੱਚ ਕਰੰਟ ਸੇਮ ਟਾਈਮਲੀ ਪਾਸ ਹੋਏਗਾ। ਤੇ ਪਰ ਜੇ ਦੋਨਾਂ ਹੀ ਮਟੀਰੀਅਲ ਦੇ ਵਿੱਚ ਕਨੈਕਟਿੰਗ ਵਾਇਰ ਤੇ ਬਲਬ ਤੇ ਫਿਲਾਮੈਂਟ ਜੇ ਦੋਨਾਂ ਦੇ ਵਿੱਚ ਅਮਾਉਂਟ ਆਫ ਹੀਟ ਡਿਫਰੈਂਟ ਆਂਦੀ ਹੈ, it means the amount of heat depend upon nature of material used कहना जी for connecting wire and कहना जी for making the filament of the bulb, ठीक है। इसमें मैंने filament ਦੇ ਅੰਦਰ heating effect large ਚਾਹੀਦਾ, ਇਸ ਲਈ ਉਹਦਾ ਜਿਹੜਾ ਮਟੀਰੀਅਲ ਹੋਏਗਾ ਹਨਾ, ਅਸੀਂ ਕਹਿੰਦੇ ਟੰਗਸਟਨ ਹੋ ਗਿਆ, ਅਸੀਂ ਟੰਗਸਟਨ ਮਟੀਰੀਅਲ ਯੂਜ਼ ਕਰਕੇ ਬਲਬ ਦਾ ਫਿਲਾਮੈਂਟ ਬਣਾਉਂਦੇ, ਠੀਕ ਹੈ। ਜਦ ਕਿ ਦੂਜੇ ਪਾਸੇ ਜਿਹੜੀ ਕਨੈਕਟਿੰਗ ਵਾਇਰ ਆ ਉਹ ਕਾਪਰ ਦੀ ਬਣਾਉਂਦੇ, ठीक है ना, क्योंकि कॉपर के अंदर उसकी रेजिस्टेंस थोड़ी होएगी इसलिए हीटिंग इफेक्ट नेगलिजिबल होएगा। ते जबकि जेड़ा टंगस्टन होएगा बल्ब दा फिलामेंट दा जेड़ा मटीरियल टंगस्टन होएगा है ना, ओदा आर ज्यादा होने करके कुछ लार्ज हीटिंग इफेक्ट प्रोड्यूस हुंदा। क्या इन्नी गल समझ लगदी पई? Yes, sir. Yes, sir. yes sir चलो सेकंड ओने एप्लीकेशन दित्ती, सेकंड ओने एप्लीकेशन दित्ती जिन्ने भी मेरे हीटिंग डिवाइसेस ने, वो कहना भी इलैक्ट्रिक आयरन होगी, इलैक्ट्रिक रॉड हो गई,
हीटिंग गीजर हो गया, ठीक है, मेरे को एस एच हीटर हो गया, या एस एच इदा का ही कोई होर मेरे को जिहड़ा एस एच हीटिंग डिवाइस होएगा। इन्हां सारियां लई बेटा एक कॉमन प्रॉपर्टी आ कि all these devices they should be connected in parallel, they should be connected in parallel with the low कहना जी power device। जिन्ने हीटिंग डिवाइसेस आ ਉਹਨੂੰ ਅਸੀਂ ਜਦੋਂ ਵੀ ਸਰਕਟ ਚ ਅਟੈਚ ਕਰਾਂਗੇ, ਆਪਣੇ ਇੱਕ ਡੋਮੈਸਟਿਕ ਸਰਕਟ ਚ ਅਟੈਚ ਕਰਾਂਗੇ, ਇਹ ਐਸਐਚ ਦੂਜੇ ਲੋ ਪਾਵਰ ਡਿਵਾਈसेस ਨਾਲ ਹਮੇਸ਼ਾ ਹੀ ਕਹਿੰਦਾ ਜੀ ਤੁਹਾਡੇ ਕੋਲ ਪੈਰਲਲ ਚ ਅਟੈਚ ਕਰਦੇ ਆ। ਇਹਦੀ ਇੱਕ ਸਿੰਪਲ ਐਗਜ਼ਾਮਪਲ ਕੋਡ ਕਰਨਾ, ਕਹਿੰਦਾ ਜੀ when you switch on the कहना जी bathroom geyser, ठीक है, when you switch on the bathroom geyser, the electrical bulb connecting in the geyser, ठीक है, it should momentarily कहना जी as such a dim। ਅਸੀਂ ਕਹਿੰਦੇ ਕਿ ਜਿਹੜਾ ਬਲਬ ਹੋਏਗਾ ਉਹ momentarily dim ਹੋ ਜਾਂਦਾ ਜਦੋਂ ਗੀਜ਼ਰ ਔਨ ਹੁੰਦਾ, after certain interval of time ਉਹ ਵਾਪਸ ਆਪਣੀ ਨਾਰਮਲ ਗਲੋ ਤੇ ਆ ਜਾਂਦਾ। ਕਹਿੰਦਾ ਵੀ ਐਸ ਐਚ ਹੁੰਦਾ ਕਿਉਂ? ਤੇ ਬੱਚੇ ਅਸੀਂ ਇਹਨੂੰ ਇਦਾਂ ਡਿਫਾਈਨ ਕਰਦੇ ਕਿ ਵੀ ਸ਼ੁਰੂ ਦੇ ਵਿੱਚ ਜਿਹੜਾ ਆ ਮੈਂ ਆਪਣੀ ਦੋ ਫਿੰਗਰ ਨੂੰ ਦੋ ਸਰਕਟ ਮੰਨ ਰਿਹਾ, ਦੋ ਕਰੰਟ ਦੇ ਪਾਥ ਮੰਨ ਰਿਹਾ। ਇੱਕ ਪਾਥ ਦੇ ਉੱਤੇ ਮੇਰੇ ਕੋਲ ਜਿਹੜਾ ਵਾ, ਇੱਕ ਪਾਥ ਦੇ ਉੱਤੇ ਮੇਰੇ ਕੋਲ ਜਿਹੜਾ ਸੀ ਕਿੰਨੇ ਗੀਜ਼ਰ ਅਟੈਚ ਆ, ਦੂਜੇ ਤੇ ਮੇਰੇ ਕੋਲ ਸਿੰਪਲ ਬਲਬ ਅਟੈਚ। ਹੁਣ ਦੋਨੋਂ ਡਿਵਾਈसेस ਨੂੰ ਕੰਪੇਅਰ ਕਰਾਂ, ਆ ਗੀਜ਼ਰ ਮੇਰਾ 2000 ਵਾਟ ਦਾ, ਬਲਬ ਮੇਰਾ 20 ਵਾਟ ਦਾ। ਇਹਦਾ ਮਤਲਬ ਜਿਹੜੇ ਦੋਨੋਂ ਡਿਵਾਈसेस ਨੇ ਜਦੋਂ ਪੈਰਲਲ ਚ ਅਟੈਚ ਕੀਤੇ ਤੇ ਪਾਵਰ ਦਾ ਫਾਰਮੂਲਾ ਅਸੀਂ ਪੜ੍ਹਦੇ v²/r, ਠੀਕ ਹੈ, ਪਾਵਰ ਦਾ ਫਾਰਮੂਲਾ ਪੜ੍ਹਦੇ v²/r। ਹੁਣ ਦਿਮਾਗ ਇੱਕ ਲਾਈਓ, ਅਸੀਂ ਪਾਵਰ ਦਾ ਫਾਰਮੂਲਾ i²r ਵੀ ਹੈਗਾ ਸੀ, ਅਸੀਂ ਇਹ ਕਿਉਂ ਨਹੀਂ ਲਿੱਤਾ? ਤੇ ਬੱਚੇ ਜਦੋਂ ਵੀ ਪੈਰਲਲ ਹੁੰਦੀਆਂ ਦੋ ਕਨੈਕਸ਼ਨ ਤੇ ਪੈਰਲਲ ਚ ਸਾਨੂੰ ਪ੍ਰੋਪਰਟੀ ਪਤਾ, ਵੋਲਟੇਜ ਸੇਮ ਹੁੰਦੀ ਆ, ਕਰੰਟ ਡਿਵਾਈਡ ਹੁੰਦਾ। ਜੇ ਦੋ ਕੰਪੋਨੈਂਟ ਦੋ ਡਿਵਾਈसेस ਸੀਰੀਜ਼ ਲੱਗੇ ਹੋਣਗੇ ਤੇ ਕਰੰਟ ਸੇਮ ਹੁੰਦਾ, ਠੀਕ ਹੈ ਨਾ, ਤੇ ਵੋਲਟੇਜ ਡਿਵਾਈਡ ਹੁੰਦਾ। ਆਪਾਂ ਇਸ ਮੂਵਮੈਂਟ ਤੇ ਇਹ ਲੈ ਕੇ ਚੱਲਦੇ ਪਏ ਕਿ ਵੀ ਜਦੋਂ ਮੇਰੇ ਕੋਲ ਦੋ ਡਿਵਾਈसेस, ਇੱਕ ਲੋ ਪਾਵਰ ਤੇ ਇੱਕ ਹਾਈ ਪਾਵਰ, ਅਸੀਂ ਇਹਨਾਂ ਦੋਨਾਂ ਨੂੰ ਪੈਰਲਲ ਚ ਅਟੈਚ ਕਰਦੇ ਤੇ ਉਸ ਮੂਵਮੈਂਟ ਤੇ V ਦੋਨਾਂ ਚ ਸੇਮ ਹੋ ਗਿਆ ਤੇ ਪਾਵਰ ਇਜ਼ ਰੈਸੀਪ੍ਰੋਕਲ ਆਫ ਰੈਜ਼ਿਸਟੈਂਸ। मतलब ये होएगा ਜਿਹੜਾ ਹਾਈ ਪਾਵਰ ਡਿਵਾਈਸ ਹੋਏਗਾ, ਯਾਨੀ ਜਿੱਦਾਂ ਗੀਜ਼ਰ ਹੋ ਗਿਆ ਹੈ ਨਾ, ਗੀਜ਼ਰ ਦੀ ਹਾਈ ਪਾਵਰ ਹੋਣ ਕਰਕੇ ਉਹਦੀ ਰੈਜ਼ਿਸਟੈਂਸ ਸ਼ੁਰੂ ਚ ਬਹੁਤ ਲੋ ਹੋਏਗੀ। ਇਹਦਾ ਮਤਲਬ ਆਰਡੀਨਰੀ ਬਲਬ ਨਾਲੋਂ ਗੀਜ਼ਰ ਦੀ ਰੈਜ਼ਿਸਟੈਂਸ ਸਟਾਰਟਿੰਗ ਦੇ ਅੰਦਰ ਲੋ ਆ। ਤੇ V ਨੋ 1 ਪ੍ਰੋਪਰਟੀ I = V/R, I = V/R, पैरेलल च V सेम आ ते I ते R रेसिप्रोकल आ। ਇਹਦਾ ਮਤਲਬ ਕੀ ਹੋ ਗਿਆ? ਯਾਨੀ ਆ ਦੋਨੋਂ ਚੀਜ਼ਾਂ ਇੱਕ ਦੂਜੇ ਦੇ ਡਾਇਰੈਕਟ ਪ੍ਰਪੋਰਸ਼ਨਲ ਹੋ ਜੂ। Yes sir, yes sir, ਉਹ ਤੇ P R ਦੇ ਵੀ I R ਦੇ ਵੀ ਦੋਨੋਂ ਰੈਸਿਪਰੋਕਲ ਆ ਤੇ ਇਹਦਾ ਮਤਲਬ ਆਪਾਂ ਆ ਕਹਿ ਸਕਦੇ P ਡਾਇਰੈਕਟਲੀ ਟੂ I and P and I ਇਨਵਰਸਲੀ ਟੂ R। ਇਹਦਾ ਮਤਲਬ ਇਹ ਹੋਇਆ ਕਿ ਜਦੋਂ ਪੈਰਲਲ ਚ ਅਸੀਂ ਕਨੈਕਸ਼ਨ ਕਰਦੇ ਆ ਤੇ ਸ਼ੁਰੂ ਦੇ ਅੰਦਰ ਜਿੱਦਾਂ ਤੁਸੀਂ ਸਵਿਚ ਆਨ ਕਰਦੇ ਹੋ ਹੈ ਨਾ, ਉਸ ਮੂਵਮੈਂਟ ਤੇ ਉਹ ਹੀਟਿੰਗ ਐਲੀਮੈਂਟ ਹਜੇ ਹੀਟ ਨਹੀਂ ਹੋਇਆ ਹੁੰਦਾ ਹੈ ਨਾ, ਉਹਦਾ ਟੈਂਪਰੇਚਰ ਲੋ ਆ। ਇਸ ਲਈ ਸ਼ੁਰੂ ਦੇ ਵਿੱਚ ਕੀ ਹੁੰਦਾ ਕਿ ਵੀ ਐਸਐਚ ਇਸ ਹਾਈ ਪਾਵਰ ਜਿਹੜਾ ਗੀਜ਼ਰ ਹੋਏਗਾ ਇਹਦੀ ਰੈਜ਼ਿਸਟੈਂਸ ਲੋ ਹੋਣ ਕਰਕੇ ਇਹਨੇ ਮੇਨ ਸਪਲਾਈ ਤੋਂ ਆਉਣ ਵਾਲੇ ਕਰੰਟ ਦਾ ਮੇਜਰ ਪੋਰਸ਼ਨ ਆਪਣੇ ਚ ਲੈ ਜਾਣਾ। ਇਹਦਾ ਮਤਲਬ ਜਿਹੜਾ ਸ਼ੁਰੂ ਦੇ ਵਿੱਚ ਮੇਜਰ ਕਰੰਟ ਹੋਏਗਾ ਹੈ ਨਾ, ਜਿਹੜੀ ਸਪਲਾਈ ਨਾਰਮਲ ਬਲਬ ਨੂੰ ਚੱਲਦੀ ਪਈ ਸੀਗੀ, ਠੀਕ ਹੈ ਜੀ, ਉਹਦੇ ਵਿੱਚੋਂ ਵੀ ਸਪਲਾਈ ਐਸਐਚ ਇਹਦੀ ਰੈਜ਼ਿਸਟੈਂਸ ਗੀਜ਼ਰ ਦੀ ਘੱਟ ਹੋਣ ਕਰਕੇ ਇਹ ਗੀਜ਼ਰ ਵਾਲਾ ਪਾਸਾ ਜਿਹੜਾ ਇਹ ਹੈਵੀ ਅਮਾਉਂਟ ਆਫ ਕਰੰਟ ਖਿੱਚ ਜਾਂਦਾ ਤੇ ਜਦੋਂ ਇਹਨੇ ਹੈਵੀ ਅਮਾਉਂਟ ਆਫ ਕਰੰਟ ਖਿੱਚ ਲਿਆ ਤੇ ਇਹਦਾ ਮਤਲਬ ਆ ਇਸ ਬਲਬ ਦੇ ਅਕ੍ਰੋਸ ਕਰੰਟ ਦੀ ਸਪਲਾਈ ਘਟ ਗਈ। यस सर। ਤੇ ਜਦੋਂ हाँ जी सर, ਮੇਰੀ ਸਪਲਾਈ ਰਿਡਿਊਸ ਹੋਏਗੀ ਹੈ ਨਾ, ਇਸ ਕਰਕੇ ਇਹ ਮੋਮੈਂਟੈਰੀਲੀ ਕਹਿੰਦਾ ਜੀ ਥੋੜਾ ਜਿਹਾ ਡਿਮ ਹੋ ਗਿਆ, ਠੀਕ ਹੈ। ਬਟ ਇਹਦੇ ਵਿੱਚ ਜਦੋਂ ਕਰੰਟ ਪਾਸ ਹੋਣਾ ਸ਼ੁਰੂ ਹੋਇਆ ਗੀਜ਼ਰ ਦੇ ਹੀਟਿੰਗ ਐਲੀਮੈਂਟ ਦੇ ਅੰਦਰ ਤੇ ਉਹਦਾ ਟੈਂਪਰੇਚਰ ਵਧਣਾ ਸ਼ੁਰੂ ਹੋ ਗਿਆ ਤੇ V01 ਪ੍ਰੋਪਰਟੀ ਰੈਜ਼ਿਸਟੈਂਸ ਵੇਰੀ ਡਾਇਰੈਕਟਲੀ ਵਿਦ ਦ ਟੈਂਪਰੇਚਰ। ਇਹ ਮਤਲਬ ਜਿੱਦਾਂ ਜਿੱਦਾਂ ਇਹਦਾ ਹੀਟਿੰਗ ਐਲੀਮੈਂਟ ਦਾ ਟੈਂਪਰੇਚਰ ਵਧ ਰਿਹਾ ਇਹਦੀ ਰੈਜ਼ਿਸਟੈਂਸ ਵਧ ਰਹੀ ਹੈ ਤੇ ਜੇ ਇਹਦੀ ਰੈਜ਼ਿਸਟੈਂਸ ਵਧੇਗੀ ਤੇ ਐਸ ਐਚ ਆਪਣੇ ਕੋਲ ਪ੍ਰੋਪਰਟੀ ਆ ਗਈ, ਜੇ ਰੈਜ਼ਿਸਟੈਂਸ ਵਧੀ ਤੇ ਕਰੰਟ ਘਟ ਜਾਣਾ। ਇਹਦਾ ਮਤਲਬ ਇਹ ਹੋ ਗਿਆ ਇਹ ਆਪਣੀ ਸਟੈਡੀ ਸਟੇਟ ਤੱਕ ਆਉਣ ਤੋਂ ਪਹਿਲਾਂ ਕਿ ਆਪਣੀ ਇੱਕ ਸਟੈਡੀ ਸਟੇਟ ਤੇ ਟੈਂਪਰੇਚਰ ਦੀ ਗਿਵਨ ਵੈਲਿਊ ਤੇ ਪਹੁੰਚਣਾ, ਜਿੱਦਾਂ ਹੀ ਆਪਣੇ ਗਿਵਨ ਟੈਂਪਰੇਚਰ ਤੇ ਪਹੁੰਚ ਜਾਂਦਾ ਹੈ ਨਾ, ਇਹਦੇ ਵਿੱਚ ਇੱਕ ਕਨਸਟੈਂਟ ਕਰੰਟ ਬਣ ਜਾਂਦਾ ਤੇ ਫਿਰ ਜਿਹੜਾ ਇਹਦਾ ਕਰੰਟ ਘਟਿਆ ਸੀ ਬਲਬ ਦਾ
ਇਹਨੂੰ ਵਾਪਸ ਸਪਲਾਈ ਆਪਣੇ ਕਰੰਟ ਦੀ ਪੂਰੀ ਆ ਜਾਏ। ਉਹ ਮੂਵਮੈਂਟ ਜਿਹੜਾ ਆਂਦਾ ਵਾ ਉਦੋਂ ਅਸੀਂ ਕਹਿੰਦੇ ਕਿ ਜੇ ਬਾਥਰੂਮ ਬਲਬ ਮੇਰਾ ਡਿਮਰ ਹੋਇਆ ਹਨਾ ਤੇ ਜਦੋਂ ਗੀਜ਼ਰ ਔਨ ਕੀਤਾ ਤੇ ਉਹਦਾ ਕਾਜ਼ ਇਹ ਹੋਏਗਾ ਕਿ ਜਿੰਨੇ ਹਾਈ ਪਾਵਰ ਡਿਵਾਈਸਿਸ ਨੇ ਜਦੋਂ ਵੀ ਇਹਨਾਂ ਨੂੰ ਸਰਕਟ ਚ ਅਟੈਚ ਕਰਦੇ ਆ ਵਿਦ ਲੋ ਪਾਵਰ ਡਿਵਾਈਸਿਸ ਤੇ ਦੇ ਆਰ ਆਲਵੇਜ਼ ਕਨੈਕਟਿੰਗ ਇਨ ਪੈਰਲਲ ਔਰ ਉਸ ਇਨਸਟੈਂਟ ਦੇ ਉੱਤੇ ਕਹਿੰਦਾ ਜੀ ਐਸ ਸੱਚ ਲੋ ਪਾਵਰ ਡਿਵਾਈਸ ਦੀ ਰੈਜ਼ਿਸਟੈਂਸ ਹਾਈ ਹੁੰਦੀ ਤੇ ਹਾਈ ਪਾਵਰ ਡਿਵਾਈਸ ਦੀ ਰੈਜ਼ਿਸਟੈਂਸ ਲੋ ਹੋਣ ਕਰਕੇ ਹਨਾ ਉਹ ਮੇਜਰ ਪੋਰਸ਼ਨ ਆਫ ਕਰੰਟ ਆਪਣੇ ਵੱਲ ਖਿੱਚਦਾ ਜਿਹਦੇ ਕਰਕੇ ਅਸੀਂ ਕਹਿੰਦੇ ਜੀ ਤੁਹਾਡਾ ਡਿਵਾਈਸ ਜਿਹੜਾ ਉਹ ਐਸ ਸੱਚ ਡਿਮਰ ਸਟੇਟ ਚ ਜਾਂਦਾ। ਕਿ ਇੰਨੀ ਗੱਲ ਸਮਝ ਲੱਗੀ? Yes, sir. Yes, sir. Yes, sir. ਕਰੀਏ ਅਸੀਂ ਕਹਿੰਦੇ ਜਿਹੜਾ ਹੀਟਿੰਗ ਐਲੀਮੈਂਟ ਆ ਉਹਦੀ ਕੋਲ ਤੇ ਇਹ ਪ੍ਰਾਪਰਟੀ ਹੋਏਗੀ ਕਿ ਉਹਦੀ ਰੈਜ਼ਿਸਟਿਵਿਟੀ ਹਾਈ ਹੋਏਗੀ। ਅਸੀਂ ਕਹਿੰਦੇ ਜਿੱਦਾਂ ਐਸਐਚ ਹੀਟਿੰਗ ਐਲੀਮੈਂਟ ਆ ਇਹ ਨਾਈਕ੍ਰੋਮ ਦੇ ਬਣਾਉਂਦੇ ਆ, ਠੀਕ ਹੈ, ਤੇ ਇਹਨਾਂ ਮਟੀਰੀਅਲ ਦੀ ਰੈਜ਼ਿਸਟਿਵਿਟੀ ਹਾਈ ਹੋਏਗੀ ਤੇ ਮੈਲਟਿੰਗ ਪੁਆਇੰਟ ਹਾਈ ਹੋਏਗਾ। ਪਰ ਇੱਕ ਸਾਡੇ ਕੋਲ ਹੋਰ ਇਦਾਂ ਦਾ ਹੀ ਡਿਵਾਈਸ ਆਂਦਾ, ਠੀਕ ਹੈ, ਜਿਹਨੂੰ ਅਸੀਂ ਨਾਮ ਦਿੰਦੇ ਇਲੈਕਟ੍ਰਿਕ ਫਿਊਜ਼, ਠੀਕ ਹੈ। ਇਲੈਕਟ੍ਰਿਕ ਫਿਊਜ਼ ਸਾਡਾ ਜਿਹੜਾ ਐਸਐਚ ਇੱਕ ਸੇਫਟੀ ਡਿਵਾਈਸ ਹੋਏਗਾ ਜਿਹੜਾ ਸਾਡੇ ਇਲੈਕਟ੍ਰੀਕਲ ਸਰਕਟ ਦੇ ਅੰਦਰ ਅਸੀਂ ਕਹਿੰਦੇ ਜੀ ਐਸਐਚ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ। ਉਹ ਕਹਿੰਦਾ ਜਿਹੜਾ ਐਸਐਚ ਸਾਡਾ ਸੇਫਟੀ ਫਿਊਜ਼ ਹੋਏਗਾ ਨਾ ਉਹਦੀ ਐਡਵਾਂਟੇਜ ਇਹ ਹੋਏਗੀ ਕਿ ਉਹ ਹਾਈ ਰੈਜ਼ਿਸਟਿਵਿਟੀ ਮਟੀਰੀਅਲ ਤਾਂ ਹੋਏਗਾ ਪਰ ਲੋ ਮੈਲਟਿੰਗ ਪੁਆਇੰਟ ਵਾਲਾ ਮਟੀਰੀਅਲ ਹੋਏਗਾ। ਉਹਦੀ ਐਡਵਾਂਟੇਜ ਇਹ ਆ ਕਿ ਜੇ ਮੰਨ ਲਓ ਮੇਰੇ ਕੋਲ ਕਿਸੇ ਸਰਕਟ ਦੇ ਅੰਦਰ ਅਸੀਂ ਆ ਇਦਾਂ ਮੰਨ ਲਈਏ ਕਿ ਆ ਮੇਨ ਸਪਲਾਈ ਤੋਂ ਕਰੰਟ ਆ ਰਿਹਾ ਤੇ ਆ ਆਮ ਜਿਹੜੀ ਆ ਇਹਦੇ ਥਰੂ ਕਰੰਟ ਅੱਗੇ ਟੀਵੀ ਨੂੰ ਜਾਂ ਕਿਸੇ ਹਾਈ ਆਪਣੇ ਕੋਲ ਅਗਲੇ ਡਿਵਾਈਸਿਸ ਨੂੰ ਜਾ ਤੇ ਜਦੋਂ ਐਸਐਚ ਪਿੱਛੋਂ ਸਪਲਾਈ ਕਿਤੇ ਮੇਰੇ ਕੋਲ ਹਾਈ ਅਮਾਉਂਟ ਚਾਂਦੀ ਹੋਈ ਤੇ ਇਹਨਾਂ ਦੋਨਾਂ ਦੇ ਅੰਦਰ ਇਲੈਕਟ੍ਰੀਕਲ ਕਨੈਕਸ਼ਨ ਜਿਹੜਾ ਉਹ ਬ੍ਰੇਕ ਕਰ ਜਾਏ ਤੇ ਜਦੋਂ ਇਲੈਕਟ੍ਰੀਕਲ ਕਨੈਕਸ਼ਨ ਇਹ ਬ੍ਰੇਕ ਕਰਦਾ ਹਨਾ ਇਹ ਤਦ ਹੀ ਪੋਸੀਬਲ ਆ ਕਿ ਜੇ ਐਸਐਚ ਇਸ ਵਾਇਰ ਦੀ ਇੱਕ ਕੈਰੈਕਟਰਿਸਟਿਕ ਹੋਵੇ ਫਿਊਜ਼ ਵਾਇਰ ਦੀ ਇੱਕ ਕੈਰੈਕਟਰਿਸਟਿਕ ਹੋਵੇ ਕਿ ਇਹਦਾ ਮੈਲਟਿੰਗ ਪੁਆਇੰਟ ਲੋ ਆ, ਠੀਕ ਹੈ, ਤੇ ਇਹਦੀ ਰੈਜ਼ਿਸਟਿਵਿਟੀ ਹਾਈ ਆ। ਹਾਈ ਰੈਜ਼ਿਸਟਿਵਿਟੀ ਦੀ ਐਡਵਾਂਟੇਜ ਹੈ ਇਹਨੇ ਜਲਦੀ ਹੀਟ ਹੋਣਾ ਤੇ ਲੋ ਮੈਲਟਿੰਗ ਪੁਆਇੰਟ ਦੀ ਐਡਵਾਂਟੇਜ ਹੈ ਕਿ ਉਸ ਹੀਟ ਦੇ ਕਰਕੇ ਇਹ ਵਾਇਰ ਜਲਦੀ ਮੈਲਟ ਕਰੇਗੀ ਤੇ ਸਰਕਟ ਬ੍ਰੇਕ ਕਰ ਦੇਗੀ ਤੇ ਜੇ ਸਰਕਟ ਬ੍ਰੇਕ ਕਰੇਗੀ ਤੇ ਐਡਵਾਂਟੇਜ ਇਹ ਹੋਏਗੀ ਕਿ ਅਗਲੇ ਪੋਰਸ਼ਨ ਨੂੰ ਕਰੰਟ ਦੀ ਸਪਲਾਈ ਘਟ ਜਾਣੀ ਤੇ ਮੇਰੇ ਡਿਵਾਈਸਿਸ ਜਿਹੜੇ ਨੇ ਕਹਿੰਦਾ ਜੀ ਉਹ ਐਸਐਚ ਸੇਫ ਰਹਿ ਜੂਗੀ। ਇਸ ਕਰਕੇ ਜਿਹੜਾ ਐਸਐਚ ਤੁਹਾਡਾ ਹੀਟਿੰਗ ਐਲੀਮੈਂਟ ਆ ਹਨਾ ਉਹਦੀ ਪ੍ਰਾਪਰਟੀ ਆ ਕਿ ਉਹ ਹਾਈ ਰੈਜ਼ਿਸਟਿਵਿਟੀ ਤੇ ਹਾਈ ਮੈਲਟਿੰਗ ਪੁਆਇੰਟ ਵਾਲਾ ਹੋਏਗਾ ਪਰ ਜਿਹੜਾ ਮੇਰੇ ਕੋਲ ਫਿਊਜ਼ ਹੋਏਗਾ ਉਹਦੀ ਕੈਰੈਕਟਰਿਸਟਿਕ ਇਹ ਹੋਏਗੀ ਕਿ ਇਟ ਸ਼ੁੱਡ ਬੀ ਆਫ ਕਹਿੰਦਾ ਜੀ ਹਾਈ ਰੈਜ਼ਿਸਟਿਵਿਟੀ ਬਟ ਸ਼ੁੱਡ ਬੀ ਆਫ ਲੋ ਮੈਲਟਿੰਗ ਪੁਆਇੰਟ। ਕਿ ਇੰਨੀ ਗੱਲ ਕਲੀਅਰ ਆ? Yes, sir. Yes, sir. Yes, sir. ਚਲੋ ਲਾਸਟ one ਇੱਕ ਟਰਮ ਹੋਰ ਜਿਹੜੀ ਦਿੱਤੀ ਆ ਐਫੀਸ਼ੀਐਂਸੀ ਆਫ ਐਨ ਇਲੈਕਟ੍ਰੀਕਲ ਡਿਵਾਈਸ। ਉਹ ਤੇ ਕਿਸੇ ਡਿਵਾਈਸ ਦੀ ਅਸੀਂ ਐਫੀਸ਼ੀਐਂਸੀ ਕੱਢਣੀ, ਮੰਨ ਲਓ ਪੱਖਾ ਚੱਲਦਾ ਪਿਆ ਅਸੀਂ ਕਹਿੰਦੇ ਸੀ ਪੱਖੇ ਦੀ ਐਫੀਸ਼ੀਐਂਸੀ ਕੱਢਣੀ, ਕਹਿੰਦਾ ਵੀ ਕੀ ਐਫੀਸ਼ੀਐਂਸੀ ਹੋਊਗੀ ਅਸੀਂ ਕਹਿੰਦੇ ਜੀ ਇਹ ਕਿੰਨੀ ਮੈਨੂੰ ਫੈਨ ਜਿਹੜਾ ਵਾ ਆਊਟਪੁੱਟ ਮਕੈਨੀਕਲ ਪਾਵਰ ਸਪਲਾਈ ਕਰੇਗਾ ਕੋਰਸਪੋਂਡਿੰਗ ਟੂ ਇਹਨੂੰ ਮੈਂ ਕਿੰਨੀ ਇਨਪੁੱਟ ਤੇ ਇਲੈਕਟ੍ਰੀਕਲ ਪਾਵਰ ਸਪਲਾਈ ਕੀਤੀ। ਕਿ ਜੇ ਐਫੀਸ਼ੀਐਂਸੀ ਨੂੰ ਡਿਫਾਈਨ ਕਰੀਏ ਤੁਸੀਂ ਐਫੀਸ਼ੀਐਂਸੀ ਕਹਿੰਦੇ ਇਟ ਇਜ਼ ਦ ਰੇਸ਼ੀਓ ਆਫ output mechanical power over input electrical power into 100%। efficiency normally ਆਪਾਂ 100% ਚ ਡਿਫਾਈਨ ਕਰਦੇ ਤੇ efficiency ਆ ਜਾਏਗੀ ਤੁਹਾਡੇ ਐਸਐਚ ਕਹਿੰਦਾ ਜੀ ਡਿਵਾਈਸ ਨੂੰ, ਮੰਨ ਲਓ ਤੁਹਾਡਾ ਟੁੱਲੂ ਪੰਪ ਹੀ ਆ ਮੋਟਰ ਜਿਹੜੀ ਆ ਹਨਾ ਮੋਟਰ ਮਕੈਨੀਕਲ ਪਾਵਰ ਜਨਰੇਟ ਕਰਦੀ ਆ, ਠੀਕ ਹੈ, ਸਪਲਾਈ ਅਸੀਂ ਉਹਨੂੰ ਇਲੈਕਟ੍ਰੀਕਲ ਪਾਵਰ ਦਿੰਦੇ ਤੁਹਾਡੀ ਗਿਵਨ ਇਲੈਕਟ੍ਰੀਕਲ ਪਾਵਰ ਦੇ ਕੋਰਸਪੋਂਡਿੰਗ ਉਹਨੇ ਆਊਟਪੁੱਟ ਦੇ ਵਿੱਚ ਕਿੰਨੀ ਮਕੈਨੀਕਲ ਪਾਵਰ ਜਨਰੇਟ ਕੀਤੀ ਹਨਾ ਉਸ ਰੇਸ਼ੀਓ ਨੂੰ ਅਸੀਂ ਐਫੀਸ਼ੀਐਂਸੀ ਡਿਫਾਈਨ ਕਰਦੇ ਤੇ ਐਫੀਸ਼ੀਐਂਸੀ ਕਿਸੇ ਵੀ ਡਿਵਾਈਸ ਦੀ ਆਲਵੇਸ ਟੂ ਬੀ ਲੈਸਰ ਦੈਨ 100%। ਤੁਸੀਂ ਇਨਪੁੱਟ ਜਿੰਨੀ ਦਿੰਦੇ ਪਏ ਆਊਟਪੁੱਟ ਓਨੀ ਨਹੀਂ ਆ ਰਹੀ, ਠੀਕ ਹੈ ਨਾ, ਤੇ ਇਹਦਾ ਮਤਲਬ ਐਫੀਸ਼ੀਐਂਸੀ ਕਿਸੇ ਵੀ ਮੂਵਮੈਂਟ ਤੇ ਮੇਰੇ ਕੋਲ 100% ਨਹੀਂ ਹੋਏਗੀ। ਇੰਨੀ ਗੱਲ ਕਲੀਅਰ ਆ? Yes, sir. Yes, sir. Yes, sir. ਹੋਰ ਐਡ ਕਰ ਰਿਹਾ, ਇੱਕ ਵਰਡ ਹੋਰ ਐਡ ਕਰ ਰਿਹਾ, ਆਪਾਂ ਪਿੱਛੇ ਵੀ ਇੱਕ ਟਰਮ ਕੀਤੀ ਉਹਦਾ ਨਾਮ ਰੱਖਿਆ ਸੀ ਮੈਕਸਿਮਮ ਪਾਵਰ ਟ੍ਰਾਂਸਫਰ ਥਿਓਰਮ ਤੇ ਬੇਟਾ ਉਹੀ ਵਰਡ ਇੱਥੇ ਵੀ ਅਪਲਾਈ ਕਰ ਦਿੰਦੇ
कि जे मैं ये चाह रहा आउटपुट पावर डिलीवर टू द लोड इज मैक्सिमम, मतलब एफिशिएंसी मैं जानना पाया मैक्सिमम आवे, एफिशिएंसी मैक्सिमम ਲਈ ਕੀ ਹੋਏਗਾ ਆ ਜਿਹੜੀ ਆउटपुट पावर है ना ये मैक्सिमम ਹੋਵੇ, इनपुट ਤਾਂ ਜਿੰਨੀ ਦੇਣੀ ਉਨੀ ਦਵਾਂਗੇ, उस गिवन इनपुट ਦੇ ਕੋਰਸਪੋਂਡਿੰਗ ਆउटपुट ਚ ਪਾਵਰ ਮੈਕਸਿਮਮ ਡਿਲੀਵਰ ਹੋਵੇ, ਉਹਦੇ ਲਈ ਮੇਰੇ ਕੋਲ ਕਹਿੰਦਾ ਜੀ ਕੀ ਕਰਨਾ ਪਏਗਾ, ਉੱਥੇ ਫਿਰ ਅਸੀਂ ਮੈਕਸਿਮਮ ਪਾਵਰ ਟ੍ਰਾਂਸਫਰ ਥਿਓਰਮ ਯੂਜ਼ ਕਰ ਸਕਦੇ ਹਾਂ, ਜਿਹਦੇ ਅਕੋਰਡਿੰਗਲੀ ਅਸੀਂ ਇਹ ਕਹਿੰਦੇ ਆउटपुट ਪਾਵਰ ਡਿਲੀਵਰ ਟੂ ਦ ਲੋਡ ਰੈਜ਼ਿਸਟੈਂਸ। ਲੋਡ ਰੈਜ਼ਿਸਟੈਂਸ ਮੋਗੇ ਵੀ ਦੱਸਿਆ ਸੀ ਵਰਡ ਕਿਹਨੂੰ ਕਹਿੰਦੇ, ਜਿਹੜੀ ਮੇਰੇ ਕੋਲ ਪੱਖਾ ਹੋ ਗਿਆ ਇਹਦੀ ਜਿਹੜੀ ਰੈਜ਼ਿਸਟੈਂਸ ਕੋਇਲਾਂ ਹਨਾ, ਇਹ ਚ ਜਿਹੜੀ ਕੋਇਲਾਂ ਲੱਗੀਆਂ ਜਿਹਨੂੰ ਸਪਲਾਈ ਦਿੰਦੇ ਪਏ ਅਸੀਂ, ਉਹ ਮੇਰੀ ਲੋਡ ਰੈਜ਼ਿਸਟੈਂਸ ਆ। ਉਹ ਕਹਿੰਦਾ ਆउटपुट ਡਿਲੀਵਰ ਟੂ ਦ ਲੋਡ ਰੈਜ਼ਿਸਟੈਂਸ ਇਜ਼ ਮੈਕਸਿਮਮ only if external resistance of the circuit is always equal to total internal resistance of the battery। ਜਿਹੜੀ बैटरी तो मैं सप्लाई देना पिया इनपुट है ना, इतों जितनी सप्लाई दवांगा ਇਹਦੇ ਜਿਹੜੀ इंटरनल resistance होएगी, ਇਹਦੀ इंटरनल resistance सप्लाइड ਦੀ सप्लाई बैटरी ਦੀ ਤੇ ਜਿਹੜੀ ਲੋਡ ਰੈਜ਼ਿਸਟੈਂਸ ਆ, ਜੇ ਇਹਨਾਂ ਦੋਨਾਂ ਦੀ ਰੈਜ਼ਿਸਟੈਂਸ ਆਪਸ ਵਿੱਚ ਇਕੁਅਲ ਹੋਵੇ ਉਦੋਂ ਆਊਟਪੁੱਟ ਦੇ ਅਕ੍ਰੋਸ ਅਸੀਂ ਕਹਿੰਦੇ ਮੈਕਸਿਮਮ ਪਾਵਰ ਡਿਲੀਵਰ ਹੁੰਦੀ ਹੈ। ਕੀ ਇੰਨੀ ਗੱਲ ਕਲੀਅਰ ਆ? ਹਾਂਜੀ ਸਰ। Yes, sir. ਓਏ ਦੋ ਤਿੰਨ ਨੇ ਬੋਲਣਾ, ਬਾਕੀ ਹੈ ਨਹੀਂ ਗੇ। ਯੈਸ ਸਰ ਕਲੀਅਰ ਹੈ। Yes, sir. Yes, sir. ਬੋਲਦੇ ਸਾਨੂੰ ਵੀ ਹੌਸਲਾ ਹੋ ਜਾਂਦਾ ਕਿ ਬਾਕੀ ਬੈਠੇ ਇੱਥੇ